दुख इस गल का है कि अज जिहड़ियां इंडिपेंडेंट एजेंसियां सी वो भी इन्हां दे जिहड़ा वो प्रबंध च आ चुकी, उन्होंने भी इन्होंने हाईजैक कर लिया, अदालतां भी इन्होंने जिहड़ा वो भी हाईजैक कर लिया। मुद्दा भी उठाया जा रहा है कि फंडिंग हो रही है बाहरों, तां नोटिस जिहड़े ने NIA ਵੱਲੋਂ भेजे जा रहे हैं। हुण मैं इन्हां नूं पुछना चाहुंदा भी जिहड़ी UNO आ ਉਹਨੂੰ भी नोटिस भेजोगे? UN ने भी साडी सपोर्ट की। ਟੈਸਟ ਦਾ ਮਾਹੌਲ ਬਣ ਜਾਏਗਾ ਨੋਟਿਸ ਆਉਣ ਨਾਲ, ਅੰਦੋਲਨ ਦੇ ਉੱਪਰ ਅਸਰ ਨਹੀਂ ਪਏਗਾ ਸਰ ਨੋਟਿਸ। ਹੁਣ 19 ਤਰੀਕ ਨੂੰ ਫਿਰ ਮੀਟਿੰਗ ਹੈ, ਪਰ ਬੇਸ ਤੇ ਢਾਰੀਆਂ ਮੀਟਿੰਗਾਂ ਕਿਸ ਤਰ੍ਹਾਂ ਦੇਖਦੇ ਹੋ 19 ਤਰੀਕ ਨੂੰ ਕੋਈ ਹੱਲ ਹੋਏਗਾ ਜਾਂ ਨਹੀਂ ਹੋਏਗਾ? ਅਜੇ ਨਹੀਂ, ਅਜੇ ਐ ਸਰਕਾਰ ਲੋਕ 115 ਤੋਂ ਬਾਅਦ 20 ਦੇ ਕਰੀਬ ਸਾਡੇ ਕਿਸਾਨ ਜਿਹੜੇ ਉਹਨਾਂ ਦੀ ਬਲੀ ਲੈ ਚੁੱਕੀ ਆ, ਅਜੇ ਪਤਾ ਨਹੀਂ ਨੇ ਕਿੰਨਿਆਂ ਦੀ ਬਲੀ। ਸਰਕਾਰ ਨੇ ਸਿੱਖ ਨੌਜਵਾਨੀ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਆ ਤਾਂ ਜੋ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਜਿਹੜਾ ਡਰ ਜਿਹਾ ਉਹ ਪੈਦਾ ਹੋ ਜਾਵੇ। ਜੇ ਅਸੀਂ ਕੋਈ ਲੰਗਰਾਂ ਦੀ ਸੇਵਾ ਨਿਭਾਉਣੀ ਹੈ ਜਾਂ ਕੋਈ ਸਮਾਗਮ ਕਰਨਾ ਆ ਤੇ ਅਕਸਰ ਹੀ ਅਸੀਂ ਸੰਗਤਾਂ ਦੇ ਕੋਲੋਂ ਜਿਹੜਾ ਦਸਵੰਧ ਆ ਜਾਂ ਜਿਹੜਾ ਉਹ ਇਕੱਠਾ ਕਰਦੇ ਆ, ਪਰ ਇਸ ਫੰਡ ਦੇ ਨਾਲ ਕੋਈ ਗੈਰ ਕਾਨੂੰਨੀ, ਗੈਰ ਸੰਵਿਧਾਨਕ ਜਾਂ ਹਿੰਸਕ ਸਰਗਰਮੀ ਨਹੀਂ ਕੀਤੀ ਜਾ ਰਹੀ। ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਡਟੇ ਹੋਏ ਨੇ, ਪਰ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਜਿਹੜੇ ਨੇ ਉਹਨਾਂ ਨੂੰ ਹੁਣ NIA ਵੱਲੋਂ ਨੋਟਿਸ ਜਾਰੀ ਹੋਏ ਨੇ। ਸਾਡੇ ਨਾਲ ਇਸ ਵੇਲੇ ਬਲਦੇਵ ਸਿੰਘ ਸਿਰਸਾ ਜੀ ਮੌਜੂਦ ਨੇ। ਸਿਰਸਾ ਸਾਹਿਬ, ਜਿਹੜਾ ਨੋਟਿਸ ਜਾਰੀ ਹੋਇਆ ਕੀ ਕਹਿਣਾ ਚਾਹੁੰਦੇ ਹੋ? ਕੋਈ ਫਰਕ ਨਹੀਂ ਪੈਣ ਲੱਗਾ। ਇਹ ਨੋਟਿਸ ਜਿਹੜਾ ਸਰਕਾਰ ਨੇ ਆਪਣੀ ਬੁਖਲਾਹਟ ਵਿੱਚ ਆਪਣੀ ਏਜੰਸੀ ਤੋਂ ਇਹਨਾਂ ਨੇ ਜਾਰੀ ਕੀਤਾ। ਦੁੱਖ ਇਸ ਗੱਲ ਦਾ ਹੈ ਕਿ ਅੱਜ ਜਿਹੜੀਆਂ ਇੰਡੀਪੈਂਡੈਂਟ ਏਜੰਸੀਆਂ ਸੀ ਉਹ ਵੀ ਇਹਨਾਂ ਦੇ ਜਿਹੜਾ ਉਹ ਪ੍ਰਬੰਧ 'ਚ ਆ ਚੁੱਕੀ, ਉਹਨਾਂ ਨੂੰ ਵੀ ਇਹਨਾਂ ਨੇ ਹਾਈਜੈਕ ਕਰ ਲਿਆ, ਅਦਾਲਤਾਂ ਵੀ ਇਹਨਾਂ ਨੇ ਜਿਹੜਾ ਉਹ ਵੀ ਹਾਈਜੈਕ ਕਰ ਲਿਆ। ਇਸ ਵਾਸਤੇ ਸਰਕਾਰ ਜਿਹੜੀ ਆ ਉਹ ਬੁਖਲਾਹਟ ਵਿੱਚ ਹੈ। ਬੁਖਲਾਹਟ 'ਚ ਹੋਣ ਕਰਕੇ ਜਿਹੜਾ ਇਹ ਸਾਨੂੰ ਨੋਟਿਸ ਰਿਸੀਵ ਕਿਵੇਂ ਹੋਇਆ ਤੁਹਾਨੂੰ? ਕਿਉਂਕਿ ਇਹ ਪ੍ਰਕਿਰਿਆ ਹੁੰਦੀ ਹੈ, ਹਰ ਕੋਈ ਕਾਨੂੰਨੀ ਪ੍ਰਕਿਰਿਆ ਹੁੰਦੀ ਨੋਟਿਸ ਪਾਉਣ ਦੀ। ਤੁਹਾਨੂੰ ਨੋਟਿਸ ਕਿਵੇਂ ਰਿਸੀਵ ਹੋਇਆ ਹੈ? ਸਾਨੂੰ ਇਹ ਨੋਟਿਸ ਜਿਹੜਾ ਹੈ ਕੱਲ ਉਹਨਾਂ ਨੇ WhatsApp ਤੇ ਪਾਇਆ, ਕੱਲ ਦੀ ਤਰੀਕ 'ਚ 15 ਤਰੀਕ ਨੂੰ ਉਹ WhatsApp ਤੇ ਪਾਉਂਦੇ ਆ ਤੇ 11:30 ਪੌਣੇ 12 ਵਜੇ ਮੈਨੂੰ ਇੱਕ ਪੱਤਰਕਾਰ ਦਾ ਫੋਨ ਆਉਂਦਾ। ਮੈਂ ਉਸ ਟਾਈਮ ਤੇ ਪਠਾਨਕੋਟ ਤੋਂ ਗੱਡੀ ਜਾ ਰਿਹਾ ਸੀ ਤੇ ਉਸ ਟਾਈਮ ਤੇ ਮੈਨੂੰ ਫੋਨ ਆ ਕਿ ਤੁਹਾਡੇ ਖਿਲਾਫ ਨੋਟਿਸ ਜਾਰੀ ਆ। ਮੈਨੂੰ ਤਾਂ ਪਤਾ ਨਹੀਂ ਤੇ ਕਹਿਣ ਲੱਗੇ ਵੀ ਹੋ ਗਿਆ। ਸੋ ਮੈਨੂੰ ਰਾਤ 12:30 ਵਜੇ ਪਤਾ ਲੱਗਾ ਕਿ ਇਹ ਜਿਹੜਾ ਇਸ ਤਰ੍ਹਾਂ ਦੇ ਨੋਟਿਸ ਜਿਹੜੇ ਨੇ ਸਰਕਾਰ ਏਡੀ ਵੱਡੀ ਏਜੰਸੀ ਹੋਵੇ ਤੇ ਉਹ ਉਹਨਾਂ ਦੇ ਇੰਨੇ ਸੈੱਲ ਹੋਣ, ਇਹ ਨੋਟਿਸ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਆਉਣੇ ਚਾਹੀਦੇ ਸੀ, ਸਾਨੂੰ ਬਾਈ ਹੈਂਡ ਆਉਣੇ ਚਾਹੀਦੇ, ਭੇਜ ਸਕਦੇ ਸੀ, ਦੇ ਕੇ ਜਾਂਦੇ, ਬਾਈ ਹੈਂਡ ਦੇ ਜਾਂਦੇ ਸਾਨੂੰ, ਅਸੀਂ ਲੈ ਲੈਂਦੇ। ਪਰ ਮੈਨੂੰ ਤਾਂ ਇਹ ਵੀ ਸ਼ੱਕ ਲੱਗਦਾ ਕਿ ਇਹ ਕਿਤੇ ਨੋਟਿਸ ਕਿਸੇ ਹੋਰ ਨਾਲ ਕੋਈ ਸਾਜ਼ਿਸ਼ ਹੀ ਨਾ ਹੋਵੇ, ਕਿਉਂਕਿ ਬੜਾ ਕੁਝ ਹੁੰਦਾ ਇਹਨਾਂ 'ਚ, ਮੁੜ ਕੇ ਲੱਭਦੇ ਰਹਿਣਗੇ ਜੀ ਪੜਤਾਲ ਕਰੋ ਕਿੰਨੇ ਭੇਜਿਆ ਤੇ ਇਸ ਤਰ੍ਹਾਂ ਕਰਤਾ ਕੋਈ ਪਤਾ ਨਹੀਂ। ਕਿੰਨੇ ਜੋ ਬੰਦਿਆਂ ਨੂੰ ਜਿਹੜਾ ਨੋਟਿਸ ਜਾਰੀ ਹੋਇਆ NIA ਵੱਲੋਂ? ਮੇਰੇ ਕੋਲ ਇੱਥੇ 4-5 ਹੀ ਆਏ ਨੇ ਤੇ ਬਾਕੀ ਪਤਾ ਲੱਗ ਰਿਹਾ ਕਿ ਕਾਫੀ ਬੰਦਿਆਂ ਨੂੰ ਹੋਇਆ, ਅਜੇ ਪੱਕਾ ਪਤਾ ਨਹੀਂ ਹੈਗਾ ਵੀ ਕਿੰਨੇ ਕੁ ਨੂੰ ਹੋਇਆ। ਸਰ ਸਾਹਿਬ, ਮੁੱਦਾ ਵੀ ਉਠਾਇਆ ਜਾ ਰਿਹਾ ਕਿ ਫੰਡਿੰਗ ਹੋ ਰਹੀ ਹੈ ਬਾਹਰੋਂ, ਤਾਂ ਨੋਟਿਸ ਜਿਹੜੇ ਨੇ NIA ਵੱਲੋਂ ਭੇਜੇ ਜਾ ਰਹੇ ਆ। ਕੀ ਕਹਿਣਾ? ਮੈਂ ਕੀ ਕਹਾਂ ਇਹਨਾਂ ਲੋਕ, ਉਹ ਕਦੀ ਸਾਨੂੰ ਪਾਕਿਸਤਾਨੀ, ਕਦੀ ਚੈਨੀ, ਕਦੀ ਕਾਂਗਰਸੀ, ਕਦੀ ਅਕਾਲੀ, ਕਦੀ ਆਮ ਪਾਰਟੀ ਨਾਲ ਜੋੜਦੇ ਨੇ ਤੇ ਹੁਣ ਉਹਨਾਂ ਨੇ ਕਿਸੇ ਹੋਰ ਨਾਲ ਜੋੜਤਾ। ਇਹ ਜਿੰਨੇ ਕਿਸਾਨ ਨੇ, ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ UNO ਆ ਉਹਨੂੰ ਵੀ ਨੋਟਿਸ ਭੇਜੋਗੇ? UN ਨੇ ਵੀ ਸਾਡੀ ਸਪੋਰਟ ਕੀਤੀ ਆ। ਇਹ ਜਿੰਨੇ ਲੋਕਾਂ ਨੂੰ ਨੋਟਿਸ ਕੀਤੇ ਨੇ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਇਸ ਕਿਸਾਨੀ ਸੰਘਰਸ਼ ਦੀ ਸਪੋਰਟ ਕੀਤੀ। ਪਰ ਆਮ ਜਨਤਾ ਜਿਹੜੀ ਇਹ ਦਹਿਸ਼ਤ ਦਾ ਮਾਹੌਲ ਬਣ ਜਾਏਗਾ ਨੋਟਿਸ ਆਉਣ ਨਾਲ, ਅੰਦੋਲਨ ਦੇ ਉੱਪਰ ਅਸਰ ਨਹੀਂ ਪਏਗਾ ਸਰ ਨੋਟਿਸਾਂ ਨਾਲ? ਬਿਲਕੁਲ ਨਹੀਂ। ਜਿਵੇਂ ਸਿਆਣੇ ਦੇ ਕਹਾਵਤ ਹੈ, ਜਿਉਂ ਭਿੱਜੇ ਕੰਬਲੀ ਤੇ ਉੱਥੋਂ ਭਾਰੀ ਹੋ। ਜਿਵੇਂ ਇਹ ਸਾਡੇ ਤੇ ਇਸ ਤਰ੍ਹਾਂ ਇਸ ਸੰਘਰਸ਼ ਨੂੰ ਫੇਰ ਕਰਨ ਲਈ ਨਵੀਆਂ ਤੋਂ ਨਵੀਆਂ ਸਾਜ਼ਿਸ਼ਾਂ ਕਰਨਗੇ, ਉਵੇਂ ਸੰਘਰਸ਼ ਤੇਜ਼ ਹੋਵੇਗਾ। ਜਿਵੇਂ ਸੁਪਰੀਮ ਕੋਰਟ 'ਚ ਵੀ ਗਏ, ਉੱਥੋਂ ਵੀ ਇਹਨਾਂ ਨੇ ਜੰਜ ਬਣਾਇਆ ਔਰ ਸਾਰੇ ਕਮੇਟੀ ਵੱਲੋਂ ਅਸਤੀਫਾ ਮੈਂਬਰਾਂ ਨੂੰ ਦੇਣ ਤੋਂ ਬਾਅਦ ਇਹਨਾਂ ਦੀ ਬਹੁਤ ਕਿਰਕਰੀ ਹੋ ਚੁੱਕੀ ਆ। ਆਉਣ ਵਾਲੇ ਸਮੇਂ 'ਚ ਹੋ ਜਾਏਗਾ, ਕੋਈ ਫਰਕ ਨਹੀਂ ਪੈਣਾ। ਕਿੰਨੀ ਤਰੀਕ ਦਾ ਨੋਟਿਸ ਜਾਰੀ ਹੋਇਆ? ਕਿੰਨੀ ਤਰੀਕ ਨੂੰ ਤੁਹਾਨੂੰ ਬੁਲਾਇਆ ਜੀ ਉੱਥੇ? 15 ਤਰੀਕ ਨੂੰ ਜਾਰੀ ਹੁੰਦਾ ਹੈ ਤੇ ਅਜੇ ਤੇ ਬਹੁਤ ਸਾਰੇ ਉਹ ਲੋਕ ਨੇ WhatsApp ਤੇ ਭੇਜਿਆ ਤੇ ਜਿੱਥੇ ਨੈਟਵਰਕ ਹੀ ਨਹੀਂ ਚੱਲਦਾ, ਜਿਹੜੇ ਅਜੇ ਤੱਕ ਪੜ੍ਹ ਹੀ ਨਹੀਂ ਸਕਦੇ ਵੀ ਕਿਹਨੂੰ ਆਇਆ, ਉਹ ਸਵੇਰ ਦੀ ਤਰੀਕ 'ਚ ਕਿਵੇਂ ਜਾਣਗੇ? ਤੁਹਾਨੂੰ ਕਿੰਨੀ ਤਰੀਕ ਨੂੰ ਬੁਲਾਇਆ? ਮੈਨੂੰ ਵੀ ਸਵੇਰੇ ਬੁਲਾਇਆ 17 ਤਰੀਕ ਨੂੰ ਸਵੇਰੇ। ਵੇਖੋ ਮੈਂ ਨਹੀਂ ਜਾ ਸਕਦਾ, ਮੈਂ ਉਹ ਭੇਜਾਂਗਾ ਐਪਲੀਕੇਸ਼ਨ ਤੇ ਸਵੇਰੇ ਜਿਹੜਾ ਅਗਲੀ ਤਰੀਕ ਜੇ ਤੇ ਬੁਲਾਉਣਗੇ 7 ਫਰਵਰੀ ਤੋਂ ਮੈਂ ਆਪਣੀ ਦਰਖਾਸਤ ਲਿਖਾਂਗਾ ਤੇ 7 ਤੋਂ ਬਾਅਦ ਮੈਂ ਜਾ ਸਕਦਾ। ਵਜ੍ਹਾ ਕੀ ਹੈ ਨਾ ਜਾਣ ਦੀ ਸਿਰਸਾ ਸਾਹਿਬ? ਤੇ ਮੇਰੀ ਦੋਤੀ ਦੀ ਸ਼ਾਦੀ ਹੈ
ਮੇਰੇ ਬੇਟੇ ਦੀ ਪਹਿਲਾਂ ਡੈਥ ਹੋ ਚੁੱਕੀ ਆ। ਉਹ ਸ਼ਾਦੀ 'ਚ ਮੇਰਾ ਸਾਹਮਣੇ ਨੂੰ ਸਮਾਨ ਦੀ ਖਰੀਦੋ ਫਰੋਖਤ ਕਰਾਉਣੀ ਤਾਂ ਹੋਰ ਕੰਮ ਕਰਾਉਣੇ ਮੇਰੇ ਜ਼ਰੂਰੀ ਨੇ, ਜਿਸ ਕਰਕੇ ਮੈਂ ਆਪਣੀ ਦੋਤੀ ਨੂੰ ਪਿਆਰ ਦਿਲਾਸਾ ਦੇਣ ਵਾਸਤੇ ਤੇ ਸਮਾਨ ਦੀ ਖਰੀਦੋ ਫਰੋਖਤ ਕਰਨ ਵਾਸਤੇ ਮੈਂ ਇੱਥੇ ਆਇਆ। ਸਿਰਸਾ ਸਾਹਿਬ ਕਮੇਟੀ ਦੇ ਮੈਂਬਰ ਵੀ ਹੋ, ਜਿਹੜੀਆਂ ਮੀਟਿੰਗਾਂ ਹੋ ਰਹੀਆਂ ਮੰਤਰੀਆਂ ਨਾਲ, ਉਹਨਾਂ ਦੇ ਮੈਂਬਰ ਵੀ ਹੋ ਤੁਸੀਂ ਹਰ ਮੀਟਿੰਗ ਦੇ ਵਿੱਚ ਜਾਂਦੇ ਰਹੇ ਹੋ। ਹੁਣ 19 ਤਰੀਕ ਨੂੰ ਫਿਰ ਮੀਟਿੰਗ ਹੈ, ਪਰ ਬੇਸ ਤੇ ਢਾਹ ਰਹੀਆਂ ਮੀਟਿੰਗਾਂ, ਕਿਸ ਤਰ੍ਹਾਂ ਦੇਖਦੇ ਹੋ 19 ਤਰੀਕ ਨੂੰ ਜੋ ਹੱਲ ਹੋਏਗਾ ਜਾਂ ਨਹੀਂ ਹੋਏਗਾ? ਅਜੇ ਨਹੀਂ, ਅਜੇ ਐ ਸਰਕਾਰ ਡੋਲਦੀ ਆ, ਕਦੀ ਐ ਤੇ ਕਦੀ ਐ। ਅਜੇ ਨਹੀਂ, ਅਜੇ ਸ਼ਾਇਦ 115 ਤੋਂ ਵੱਧ 20 ਦੇ ਕਰੀਬ ਸਾਡੇ ਕਿਸਾਨ ਜਿਹੜੇ ਉਹਨਾਂ ਦੀ ਬਲੀ ਲੈ ਚੁੱਕੀ ਆ। ਅਜੇ ਪਤਾ ਨਹੀਂ ਨੇ ਕਿੰਨਿਆਂ ਦੀ ਬਲੀ ਲੈ। ਸੰਸ਼ੋਧਨ ਕਿਹਾ ਜਾ ਰਿਹਾ ਕਿ 95% ਜਿਹੜਾ ਸੰਸ਼ੋਧਨ ਕੀਤਾ ਜਾਏਗਾ ਬਿੱਲਾਂ ਕਾਨੂੰਨਾਂ ਦੇ ਵਿੱਚ, ਪਰ ਰੱਦ ਨਹੀਂ ਹੋਣੇ। ਮੋਦੀ ਅਜੇ ਵੀ ਅੜਿਆ ਪਿਆ, ਤੁਸੀਂ ਵੀ ਡਟੇ ਪਏ ਜੀ ਆਪਣੇ ਹੱਕਾਂ ਵਾਸਤੇ। ਮੋਦੀਆਂ ਦਾ ਰੱਦ ਨਹੀਂ ਹੋਣੇ, ਸੰਸ਼ੋਧਨ ਹੋ ਜਾਏਗਾ। 95 ਨਹੀਂ 100%। ਉਹ ਕਹਿੰਦੇ ਆ ਵੀ ਖਾਲੀ ਡੱਬਾ ਸਾਨੂੰ ਦੇ ਦਿਓ, ਮਠਿਆਈ ਸਾਰੀ ਕੱਢ ਲਓ, ਭਾਵ ਸਾਰਾ ਹੀ ਇਹ 'ਚੋਂ ਫੇਰ ਬਦਲ ਕਰ ਦਿਓ, ਸਿਰਫ ਨਾ ਰਹਿਣ ਦਿਓ 2020 ਜਿਹੜਾ ਉਹੀ ਰਵੇ 1 ਕਰੋੜ ਤੋਂ ਬਸ। ਇਹ ਗੱਲ ਕਰੀਏ 26 ਜਨਵਰੀ ਨੂੰ ਜਿਹੜੀ ਪਰੇਡ ਹੋਣੀ ਆ, ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਉਹਨੇ ਵੀ ਮਨਾ ਕਰਤਾ ਹੋਣ ਤੋਂ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਪ੍ਰਧਾਨ ਮੰਤਰੀ ਕਿਉਂ ਮਨਾ ਕੀਤਾ? ਸਿਰਫ ਇਸ ਕਰਕੇ ਕਿ ਇਹ ਆਪਣੇ ਕਿਸਾਨਾਂ ਦੀ ਗੱਲ ਨਹੀਂ ਸੁਣਿਆ ਤੇ ਉੱਥੇ ਤਾਂ ਉਹਨੇ ਮਨਾ ਕੀਤਾ। ਚੰਗਾ ਕੀਤਾ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਤੇ ਜਿਹੜੀ ਸਾਡੇ ਨਾਲ ਬਰਾਬਰ ਹੋ ਰਹੀ ਆ ਪੀਸਫੁਲ ਹੋਏਗੀ। ਅਸੀਂ ਰੈਲੀ ਕਰ ਰਹੇ ਹਾਂ ਟਰੈਕਟਰਾਂ ਦੀ, ਤੇ ਉਹ ਟਰੈਕਟਰ ਰੈਲੀ ਸਾਡੀ ਅਵੱਸ਼ ਹੋਏਗੀ। ਬਹੁਤ ਸਾਰੇ ਲੋਕਾਂ ਦੇ ਭਰਮ ਹੈ ਕਿ ਟਰੈਕਟਰ ਰੈਲੀ ਜਿਹੜੀ ਹੈ ਲਾਲ ਕਿਲ੍ਹੇ ਦੇ ਅੰਦਰ ਹੋਣੀ ਹੈ ਜਾਂ ਬਾਹਰ ਹੋਏਗੀ? ਨਹੀਂ ਨਹੀਂ ਨਹੀਂ, ਲਾਲ ਕਿਲ੍ਹੇ ਦਾ ਕੋਈ ਮਤਲਬ ਨਹੀਂ। ਉਹ ਕਿੱਥੇ ਕਰਦੇ ਆ? ਅਸੀਂ ਕੋਈ ਟਕਰਾਓ ਦੀ ਨੀਤੀ ਨਾਲ, ਅਸੀਂ ਉਹ ਕਿਸ ਤਰ੍ਹਾਂ ਦਾ ਹੋਣਾ ਪੀਸਫੁਲ ਹੋਣਾ, ਕਿਉਂਕਿ ਅਸੀਂ ਆਪਣੇ ਨੌਜਵਾਨ ਜਿਹੜੇ ਉੱਥੇ ਲੈ ਕੇ ਗਏ ਆ। ਅਸੀਂ ਕੋਈ ਇਸ ਤਰ੍ਹਾਂ ਦੀ ਪੀਸਫੁਲ ਹੋਏਗੀ, ਸ਼ਾਂਤਮਈ ਹੋਏਗੀ। ਉਹ ਕਿੱਥੋਂ ਚੱਲਣੀ ਆ, ਕਿੱਧਰ ਨੂੰ ਜਾਣੀ ਆ, ਕੀ ਹੋਣਾ, ਉਹਦੇ ਵਿੱਚ ਪਹਿਲਾਂ ਕੁਝ ਹੋਰ ਸੀ, ਉਹਦੇ 'ਚ ਫੇਰ ਬਦਲ ਹੋ ਸਕਦਾ। ਉਹ ਸਾਡੀ ਸਾਰੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ, ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਏਗਾ। ਦਿੱਲੀ ਜਾਣਾ ਸੀ ਤਾਂ ਹਰਿਆਣਾ ਸਰਕਾਰ ਨੇ ਬੜੇ ਹੱਥ ਝੰਡੇ ਅਪਣਾਏ ਜੇ ਕਿਸਾਨ ਦਿੱਲੀ ਨਾ ਪਹੁੰਚ ਪਾਉਣ। ਹੁਣ ਰੈਲੀ ਹੋਣੀ ਹੈ, ਹੁਣ ਵੀ ਇਸ ਤਰ੍ਹਾਂ ਦੇ ਹੱਥ ਝੰਡੇ ਅਪਣਾਏ ਜਾਣਗੇ ਸਰਕਾਰ ਵੱਲੋਂ, ਕਿਸ ਤਰ੍ਹਾਂ ਦੇਖਦੇ ਹੋ? ਕੋਈ ਗੱਲ ਨਹੀਂ, ਜੋ ਵੀ ਹੋਏਗਾ ਇਸ ਰੈਲੀ ਸਾਡੀ ਪੀਸਫੁਲ ਹੋਏਗੀ। ਪਹਿਲਾਂ ਵੀ ਪੀਸਫੁਲ ਰਹੇ, ਹੁਣ ਵੀ ਪੀਸਫੁਲ। ਮਿਹਰਬਾਨੀ। ਸੋ ਇਹ ਸੀ ਬਲਦੇਵ ਸਿੰਘ ਸਿਰਸਾ ਜੀ, ਜਿਨ੍ਹਾਂ ਨੂੰ NIA ਵੱਲੋਂ ਜਿਹੜਾ ਨੋਟਿਸ ਜਾਰੀ ਹੋਇਆ ਹੈ, ਪਰ ਉਹਨਾਂ ਨੇ ਕਿਹਾ ਕਿ WhatsApp ਤੇ ਨੋਟਿਸ ਮਿਲਿਆ ਹੈ ਤੇ ਉਹਨਾਂ ਜਿਹੜਾ ਹੁਣ ਨੋਟਿਸ ਦੀ ਜਿਹੜੀ ਤਰੀਕ ਹੈ ਚੱਲਦੀ ਤਰੀਕ ਹੈ, ਪਰ ਉਹ ਜਾ ਨਹੀਂ ਪਾਉਣਗੇ। ਸੋ ਬਲਦੇਵ ਸਿੰਘ ਸਿਰਸਾ ਜੀ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੂੰ ਵੀ ਸੰਮਨ ਜਿਹੜਾ ਹੈ ਨੋਟਿਸ ਜਾਰੀ ਹੋਇਆ ਹੈ NIA ਵੱਲੋਂ, ਅਤੇ ਹੁਣ ਸਾਡੇ ਨਾਲ ਸੇਠਾਜੂ ਵੀਰ ਨੇ, ਇਹਨਾਂ ਨੂੰ NIA ਵੱਲੋਂ ਜਿਹੜਾ ਇਹ 'ਚ ਸੰਮਨ ਜਾਰੀ ਹੋਏ ਨੇ। ਗੱਲਬਾਤ ਕਰ ਲੈਣੇ। ਵੀਰ ਜੀ ਕੀ ਨਾਮ ਤੁਹਾਡਾ ਜੀ? ਦਾਸ ਰਣਜੀਤ ਸਿੰਘ, ਵਿਦਿਆਰਥੀ ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦਾ ਜਥੇਬੰਦੀ ਤੋਂ। ਸਰ ਤੁਹਾਨੂੰ ਵੀ NIA ਏਜੰਸੀ ਹੈ ਜਿਹੜੀ ਉਹਦੇ ਵੱਲੋਂ ਇਹ 'ਚ ਸੰਮਨ ਰਿਸੀਵ ਹੋਏ ਨੇ, ਦੱਸਿਆ ਜਾ ਰਿਹਾ ਕਿ WhatsApp ਤੇ ਸਾਰਿਆਂ ਨੂੰ ਸੰਮਨ ਮਿਲੇ ਨੇ, ਕੀ ਕਹਿਣਾ ਚਾਹੁੰਦੇ ਹੋ ਤੇ ਕਿਉਂ ਰਿਸੀਵ ਹੋਏ ਨੇ, ਤੁਹਾਨੂੰ ਕਿਉਂ ਭੇਜੇ ਗਏ ਨੇ ਸੰਮਨ? ਦੇਖੋ ਕਿਹੜੇ ਕਾਰਨ ਕਰਕੇ ਭੇਜੇ ਗਏ ਆ, ਉਹ ਤੇ ਹੁਣ ਸਾਨੂੰ 21 ਜਨਵਰੀ ਨੂੰ ਮੈਨੂੰ ਬੁਲਾਇਆ ਗਿਆ ਆ, ਉਹ ਤਾਂ ਉੱਥੇ ਜਾ ਕੇ ਹੀ ਪਤਾ ਲੱਗੇਗਾ। ਪਰ ਅਸੀਂ ਸਮਝਦੇ ਹਾਂ ਕਿ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਵਾਸਤੇ, ਤਾਰ ਪੀਟੋ ਕਰਨ ਵਾਸਤੇ, ਬਦਨਾਮ ਕਰਨ ਵਾਸਤੇ, ਨੌਜਵਾਨਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਦਾ ਜਿਹੜਾ ਮਾਹੌਲ ਆ ਉਹ ਸਿਰਜਣ ਵਾਸਤੇ ਮੋਦੀ ਸਰਕਾਰ ਨੇ NIA ਰਾਹੀਂ ਇਹ ਜਿਹੜੇ ਨੌਜਵਾਨਾਂ ਨੂੰ ਸੰਮਨ ਆ ਉਹ ਭੇਜੇ ਆ। ਅਸੀਂ ਉੱਥੇ ਜਾਵਾਂਗੇ, ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਜਦੋਂ ਦਾ ਅਸੀਂ ਸੰਘਰਸ਼ ਕਰ ਰਹੇ ਹਾਂ, ਲੰਬੇ ਸਮੇਂ ਤੋਂ ਪੁਲਿਸ ਦਾ, ਸਰਕਾਰ ਦਾ, ਏਜੰਸੀਆਂ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜ਼ਬਰ ਜ਼ੁਲਮ ਦੇ ਖਿਲਾਫ 14 ਜੰਗਾਂ ਲੜੀਆਂ, 10ਵੇਂ ਪਾਤਸ਼ਾਹ ਜੀ ਨੇ, ਤੇ ਅਸੀਂ ਵੀ ਜ਼ਬਰ ਜ਼ੁਲਮ ਦੇ ਖਿਲਾਫ ਜੂਝਦੇ ਰਹਾਂਗੇ। ਤੇ ਭਾਈ ਰਣਜੀਤ ਜੀ, ਦਿੱਲੀ ਦੇ ਵਿੱਚ ਤੁਸੀਂ ਵੀ ਸੇਵਾਵਾਂ ਦਿੱਤੀਆਂ ਸੀ, ਕਿਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਿਹੜੀਆਂ ਤੁਹਾਨੂੰ ਇਸ ਤਰ੍ਹਾਂ ਦੇ ਸੰਮਨ ਜਾਰੀ ਹੋ ਰਹੇ ਨੇ ਜੀ? ਦੇਖੋ ਲੰਗਰਾਂ ਦੀ ਸੇਵਾ ਕਰਨੀ, ਜਾਂ ਦਸਤਾਰਾਂ ਨੌਜਵਾਨਾਂ ਦੇ ਵਿੱਚ ਵੰਡਣੀਆਂ, ਦਸਤਾਰਾਂ ਸਜਾਉਣੀਆਂ, ਜਾਂ ਕਿਤਾਬਾਂ ਸਜਾਉਣੀਆਂ, ਕਿਤਾਬਾਂ ਵੰਡਣੀਆਂ, ਇਸ ਤਰ੍ਹਾਂ ਦੀ ਜਿਹੜੀ ਸੇਵਾ ਆ ਉਹ ਅਸੀਂ ਉੱਥੇ ਕਰਕੇ ਆਏ ਹਾਂ। ਤੇ ਲੱਗਦਾ ਆ ਕਿ ਸਰਕਾਰ ਨੇ ਸਿੱਖ ਨੌਜਵਾਨੀ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਆ, ਤਾਂ ਜੋ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਜਿਹੜਾ ਡਰ ਜਿਹਾ ਉਹ ਪੈਦਾ ਹੋ ਜਾਵੇ। ਪਰ ਅਸੀਂ ਡਰਨ ਵਾਲੇ ਨਹੀਂ ਆ। ਅਸੀਂ ਕੋਈ ਗੈਰ ਕਾਨੂੰਨੀ, ਗੈਰ ਸੰਵਿਧਾਨਕ ਜਾਂ ਕੋਈ ਹਿੰਸਕ ਸਰਗਰਮੀ ਨਹੀਂ ਕੀਤੀ। ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣਾ ਜਿਹੜਾ ਹੱਕ ਆ ਉਹ ਮੰਗਦੇ ਆ, ਕਾਲੇ ਕਾਨੂੰਨਾਂ ਦਾ ਜਿਹੜਾ ਵਿਰੋਧ ਆ ਉਹ ਕਰਦੇ ਆ, ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਉਹ ਜੂਝਦੇ ਆ, ਤੇ ਅੱਗੇ ਤੋਂ ਵੀ ਜੂਝਦੇ ਰਹਾਂਗੇ। ਕਿਉਂਕਿ ਅਸੀਂ ਸਮਝਦੇ ਆ ਕਿ ਮਸਲਾ ਕੇਵਲ ਕਣਕ ਦਾ ਨਹੀਂ ਰਿਹਾ, ਮਸਲਾ ਅਣਖ ਦਾ ਬਣ ਚੁੱਕਾ ਆ। ਤੇ ਮਸਲਾ ਕੇਵਲ ਫਸਲਾਂ ਦਾ ਨਹੀਂ, ਮਸਲਾ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਬਣ ਚੁੱਕਾ ਆ। ਤੇ ਜਦੋਂ ਅਸੀਂ ਹੱਕਾਂ ਲਈ ਲੜਨਾ ਆ ਤੇ ਫਿਰ ਜੇਲ੍ਹਾਂ ਤੋਂ ਕਾਹਤੋਂ ਡਰਨਾ? ਸੋ ਇਹ ਹੁਣ ਜਿਹੜਾ ਮਸਲਾ ਆ ਉਹ ਪੰਜਾਬ ਦੀ ਹੋਂਦ ਦਾ,
ਪੰਜਾਬ ਦੀ ਅਣਖ ਦਾ, ਪੰਜਾਬ ਦੀ ਆਰਥਿਕਤਾ ਦਾ ਬਣ ਚੁੱਕਾ ਆ। ਸਰਕਾਰ ਨੇ ਪੰਜਾਬ ਦੀ ਰੀੜ੍ਹ ਦੀ ਹੱਡੀ ਦੇ ਉੱਤੇ, ਜ਼ਿਮੀਂਦਾਰ ਭਾਈਚਾਰੇ ਦੇ ਉੱਤੇ ਹਮਲਾ ਕੀਤਾ ਆ। ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਕਾਲੇ ਕਾਨੂੰਨਾਂ ਦੇ ਵਿਰੁੱਧ ਜੂਝਦੇ ਰਹਾਂਗੇ। ਜਦੋਂ ਗੱਲ ਹੁੰਦੀ ਹੈ ਜਾਂ ਅੰਦੋਲਨ ਦੇ ਵਿੱਚ ਇਸ ਤਰ੍ਹਾਂ ਦਾ ਨੋਟਿਸ ਜਾਰੀ ਹੁੰਦੀ ਹੈ, ਕਾਨੂੰਨੀ ਪ੍ਰਕਿਰਿਆ ਹੁੰਦੀ ਹੈ, ਤਾਂ ਜਿਹੜੇ ਨੌਜਵਾਨ ਨੇ ਕਈ ਡਰ ਵੀ ਜਾਂਦੇ ਨੇ, ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਕੀ ਜਾਪਦਾ ਨਹੀਂ ਕਿ ਇਸ ਅੰਦੋਲਨ ਨੂੰ ਤਾੜ-ਪੀੜ ਕਰਨ ਜਾਂ ਦਹਿਸ਼ਤ ਦਾ ਮਾਹੌਲ ਬਣ ਗਿਆ, ਹੁਣ ਨੌਜਵਾਨਾਂ ਦੇ ਵਿੱਚ ਡਰ ਪੈਦਾ ਹੋ ਜਾਏਗਾ, ਉਹ ਦਿੱਲੀ ਨਹੀਂ ਜਾਣਗੇ? ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੇ ਤਾਂ ਨੌਜਵਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਲਈ ਇਹ ਰੋਜ਼ ਦਾ ਕੰਮ ਆ। ਮੈਨੂੰ ਪਹਿਲਾਂ ਵੀ ਕਈ ਵਾਰ ਪੁਲਿਸ ਨੇ ਘਰੋਂ ਆ ਕੇ ਗ੍ਰਿਫਤਾਰ ਕੀਤਾ, ਮਾਰਚਾਂ ਦੇ ਵਿੱਚ ਗ੍ਰਿਫਤਾਰ ਕੀਤਾ ਆ। ਸਾਡੀ ਜਥੇਬੰਦੀ ਦੇ ਸਿੰਘਾਂ ਨੇ ਜੇਲ੍ਹਾਂ ਦੇਖੀਆਂ। ਪੰਜਾਬ ਦੀ ਕੋਈ ਇਹੋ ਜਿਹੀ ਜੇਲ੍ਹ ਨਹੀਂ ਹੋਣੀ ਜਿਹੜੀ ਸਾਡੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਕੱਟੀ ਨਾ ਹੋਵੇ। ਅਤੇ ਇਸੇ ਤਰ੍ਹਾਂ ਜੇਕਰ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਤੇ ਸਾਡੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ, ਉਹ ਵੀ ਤਾਂ ਮੋਰਿੰਡੇ ਥਾਣੇ ਦੇ ਵਿੱਚ ਰਹੇ ਸੀ। ਤੇ ਫਿਰ ਡਰਨਾ ਕਰ ਤੋਂ, ਜਦੋਂ ਅਸੀਂ ਕਾਲੇ ਕਾਨੂੰਨਾਂ ਦੇ ਖਿਲਾਫ ਜੂਝ ਰਹੇ ਹਾਂ, ਜਦੋਂ ਅਸੀਂ ਆਪਣੇ ਹੱਕਾਂ ਦੇ ਲਈ ਜੂਝ ਰਹੇ ਹਾਂ, ਸੋ ਇਹੋ ਜਿਹੀਆਂ ਚੀਜ਼ਾਂ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਹੀ ਪੈਂਦਾ ਹੁੰਦਾ ਆ। ਤੇ ਸਰਕਾਰਾਂ ਵੀ ਇਹੋ ਜਿਹੇ ਹੱਥ ਕੰਡੇ ਉਹ ਅਪਣਾਉਂਦੀਆਂ ਹੁੰਦੀਆਂ ਆ। ਪਰ ਅਸੀਂ ਆਪਣੇ ਨਿਸ਼ਾਨੇ ਉੱਤੇ ਦ੍ਰਿੜ ਆ। ਅਸੀਂ ਝੁਕਾਂਗੇ ਨਹੀਂ, ਲਿਫਾਂਗੇ ਨਹੀਂ, ਅਸੀਂ ਡਰਾਂਗੇ ਨਹੀਂ। ਅਸੀਂ ਆਖਰੀ ਸਾਹਾਂ ਤੱਕ ਇਹ ਜਿਹੜਾ ਸੰਘਰਸ਼ ਆ ਉਹ ਕਰਦੇ ਰਹਾਂਗੇ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬੀ ਫਿਲਮੀ ਹਸਤੀਆਂ ਨੇ ਜਿਹੜੀਆਂ, ਉਹ ਵੀ ਇਸ ਅੰਦੋਲਨ ਦਾ ਵੱਡੀ ਤਾਦਾਦ ਵਿੱਚ ਹਿੱਸਾ ਬਣੀਆਂ ਨੇ ਅਤੇ ਸਮਰਥਨ ਵੀ ਦੇ ਰਹੀਆਂ ਨੇ। ਉਹਨਾਂ ਨੂੰ ਵੀ ਬਹੁਤ ਸਾਰੇ ਨੋਟਿਸ ਜਾਰੀ ਹੋਏ ਨੇ। ਹੁਣ ਜੇ ਤੁਹਾਡੇ ਵੱਲੋਂ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਇਆ, ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਕਿੰਨੇ ਕੁ ਬੰਦਿਆਂ ਦਾ ਹੀ ਨੋਟਿਸ ਪਹੁੰਚਿਆ ਜੀ? ਸੋ ਬਹੁਤ ਸਾਰੇ ਵੀਰਾਂ ਨੂੰ ਜਿਹੜੇ ਨੋਟਿਸ ਆ ਉਹ ਭੇਜੇ ਗਏ ਆ। ਜ਼ਿਆਦਾਤਰ ਜਿਹੜੇ ਨੋਟਿਸ ਭੇਜੇ ਗਏ ਆ ਉਹ ਵੀਰ ਆ ਜਿਹੜੇ ਕਿਸੇ ਨਾ ਕਿਸੇ ਜਥੇਬੰਦੀ ਦੇ ਨਾਲ ਜੁੜੇ ਹੋਏ ਸਨ, ਪੰਥਕ ਸਰਗਰਮੀਆਂ ਦੇ ਵਿੱਚ ਭਾਗ ਲੈਂਦੇ ਆ। ਸੋ ਮੇਰੇ ਤੋਂ ਇਲਾਵਾ ਜਿਹੜੇ ਸਿੱਖ ਯੂਥ ਪਾਵਰ ਆ ਪੰਜਾਬ ਦੇ ਜਿਹੜੇ ਆਗੂ ਆ, ਪ੍ਰਦੀਪ ਸਿੰਘ ਲੁਧਿਆਣਾ, ਪਰਮਜੀਤ ਸਿੰਘ ਅਕਾਲੀ, ਪਲਵਿੰਦਰ ਸਿੰਘ ਅਮਰਕੋਟ, NIA ਨੇ ਉਹਨਾਂ ਨੂੰ ਵੀ ਨੋਟਿਸ ਭੇਜਿਆ ਆ। ਅਤੇ ਇਸੇ ਤਰ੍ਹਾਂ KTV ਦੇ ਜਿਹੜੇ ਪੱਤਰਕਾਰ ਆ, ਜਸਵੀਰ ਸਿੰਘ ਮੁਕਤਸਰ, ਅਕਾਲ ਚੈਨਲ ਦੇ ਪੱਤਰਕਾਰ ਆ ਤੇਜਿੰਦਰਪਾਲ ਸਿੰਘ, ਅਤੇ ਇੱਕ ਬਲਤੇਜ ਪੰਨੂ ਪੱਤਰਕਾਰ ਆ, ਉਹਨਾਂ ਨੂੰ ਵੀ ਜਿਹੜਾ ਨੋਟਿਸ ਉਹ ਭੇਜਿਆ ਗਿਆ। ਤੇ ਹੁਣੇ ਪਤਾ ਲੱਗਾ ਆ ਕਿ ਇੱਕ ਸਾਡੇ ਵੀਰ ਆ, ਉਹ ਦਮਦਮੀ ਟਕਸਾਲ ਜੱਥਾ ਰਾਜਪੁਰਾ ਤੋਂ ਬਲਜਿੰਦਰ ਸਿੰਘ ਪਰਵਾਨਾ, ਉਹ ਵੀ ਉੱਥੇ ਜਿਹੜਾ ਕੈਂਪ ਆ ਉਹ ਲਾ ਕੇ ਸੇਵਾਵਾਂ ਉੱਥੇ ਨਿਭਾ ਰਹੇ ਆ। ਸਿੰਘੂ ਬਾਰਡਰ ਦੇ ਉੱਤੇ ਹਰੇਕ ਤਰੀਕੇ ਦੀ ਉਹ ਜਿਹੜੀ ਸਰਗਰਮੀ ਆ ਸਿੰਘੂ ਬਾਰਡਰ ਦੇ ਉੱਤੇ ਕਰ ਰਹੇ ਆ। ਉਹਨਾਂ ਨੂੰ ਵੀ ਨੋਟਿਸ ਭੇਜ ਦਿੱਤਾ ਗਿਆ। ਅਦਾਕਾਰ ਦੀਪ ਸਿੱਧੂ ਅਤੇ ਉਹਨਾਂ ਦੇ ਜਿਹੜੇ ਭਰਾ ਆ, ਉਹਨਾਂ ਨੂੰ ਵੀ ਨੋਟਿਸ ਭੇਜਿਆ ਗਿਆ। ਅਸੀਂ ਇਸੇ ਤਰ੍ਹਾਂ ਆਵਾਜ਼ੇ ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਆ, ਉਹਨਾਂ ਦੇ ਨਾਲ ਇੱਕ ਹੋਰ ਵੀਰ ਆ ਕਰਨੈਲ ਸਿੰਘ ਦਸੂਹਾ, ਉਹਨਾਂ ਨੂੰ ਨੋਟਿਸ ਭੇਜਿਆ ਗਿਆ ਆ। ਤੇ ਹੋਰ ਵੀ ਕਈਆਂ ਨੂੰ ਜਿਹੜਾ ਨੋਟਿਸ ਆ ਉਹ ਸਰਕਾਰ ਭੇਜ ਰਹੀ ਹੈ। ਇੱਥੋਂ ਤੱਕ ਕਿ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਸਿਰਸਾ, ਜਿਹੜੇ ਪੰਥਕ ਸਰਗਰਮੀਆਂ ਦੇ ਵਿੱਚ ਵੀ ਪਹਿਲਾਂ ਸਰਗਰਮ ਰਹਿੰਦੇ ਸੀ, ਉਹਨਾਂ ਨੂੰ ਵੀ, ਉਹਨਾਂ ਦੇ ਬੇਟੇ ਨੂੰ ਵੀ ਜਿਹੜਾ ਨੋਟਿਸ ਆ ਉਹ ਭੇਜਿਆ ਗਿਆ ਆ। ਉਹ ਕਿਤੇ ਨਾ ਕਿਤੇ ਜਿਹੜੀ ਖੱਜਲ ਖੁਆਰੀ ਆ ਉਹ ਜ਼ਰੂਰ ਆ। ਦਹਿਸ਼ਤ ਤਾਂ ਕੀ ਪੈਦਾ ਕਰਨੀ ਆ, ਪਰ ਜਿਹੜਾ ਆਮ ਜਿਹੜਾ ਨੌਜਵਾਨ ਹੁੰਦਾ, ਜਿਹੜਾ ਪਹਿਲੀ ਵਾਰੀ ਕਿਸੇ ਸੰਘਰਸ਼ ਦੇ ਨਾਲ ਜੁੜਿਆ, ਜਿਹਨੇ ਪਹਿਲੀ ਵਾਰ ਪੁਲਿਸ ਏਜੰਸੀ ਦਾ ਸਾਹਮਣਾ ਕਰਨਾ, ਉਹਦੇ ਮਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਡਰ ਦਾ ਤੌਖਲਾ ਪੈਦਾ ਹੋ ਸਕਦਾ ਆ। ਪਰ ਸਾਡੇ ਮਨਾਂ ਦੇ ਵਿੱਚ ਕੋਈ ਵੀ ਡਰ ਨਹੀਂ ਆ। ਅਸੀਂ ਚੜ੍ਹਦੀ ਕਲਾ ਦੇ ਨਾਲ ਜਿਹੜਾ ਉਹ ਜੂਝਦੇ ਰਹਾਂਗੇ। 21 ਤਰੀਕ ਨੂੰ ਪੇਸ਼ ਵੀ ਹੋਵਾਂਗੇ, ਉਹਨਾਂ ਦੀ ਗੱਲ ਸੁਣਾਂਗੇ, ਆਪਣਾ ਪੱਖ ਉਹ ਰੱਖਾਂਗੇ। ਸਿੱਟ ਫॉर ਜਸਟਿਸ ਨਾਲ ਵੀ ਜੋੜਿਆ ਜਾ ਰਿਹਾ ਜੀ। ਸਿੱਟ ਫॉर ਜਸਟਿਸ ਵਾਸਤੇ ਕਿ ਇਹ ਜਿਹੜੇ ਨੌਜਵਾਨ ਪਹੁੰਚ ਰਹੇ ਨੇ, ਸਿੱਟ ਫॉर ਜਸਟਿਸ ਵਾਸਤੇ ਜਾ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਸਰਕਾਰ ਦਾ ਕੀ ਆ, ਜਦੋਂ ਵੀ ਕੋਈ ਸੰਘਰਸ਼ ਉੱਠਦਾ ਆ, ਸਰਕਾਰਾਂ ਉਹਨੂੰ ਬਦਨਾਮ ਕਰਦੀਆਂ ਹੁੰਦੀਆਂ, ਖਤਮ ਕਰਦੀਆਂ ਹੁੰਦੀਆਂ ਆ, ਤਾਂ ਜੋ ਜਿਹੜੀ ਲੋਕ ਹਮਾਇਤ ਆ ਉਹ ਉਹਨੂੰ ਨਾ ਮਿਲ ਸਕੇ। ਪਹਿਲਾਂ ਜਿਹੜਾ ਕਿਸਾਨਾਂ ਨੂੰ ਬੜੇ ਤਰੀਕਿਆਂ ਦੇ ਨਾਲ ਡਰਾਉਣ ਦਾ ਯਤਨ ਕੀਤਾ ਗਿਆ, ਜਿਵੇਂ ਪੰਜਾਬ ਦੇ ਲੋਕਾਂ ਨੂੰ ਵੀ ਕਿਸਾਨਾਂ ਦੇ ਵਿਰੁੱਧ ਕਰਨ ਦਾ ਯਤਨ ਕੀਤਾ ਗਿਆ। ਜਿਵੇਂ ਕਹਿੰਦੇ ਕਿ ਪੰਜਾਬ ਦੇ ਵਿੱਚ ਕੋਲਾ ਖਤਮ ਹੋਣ ਵਾਲਾ, ਗੱਡੀਆਂ ਨਹੀਂ ਚੱਲ ਸਕਣਗੀਆਂ। ਫਿਰ ਕਹਿੰਦੇ ਬਿਜਲੀ ਬੰਦ ਹੋਣ ਵਾਲੀ ਆ। ਫਿਰ ਜੇ ਪਰਾਲੀ ਨੂੰ ਅੱਗ ਲਾਈ ਤੇ 1 ਕਰੋੜ ਰੁਪਈਆ ਜੁਰਮਾਨਾ, 5 ਸਾਲ ਦੀ ਜਿਹੜੀ ਕੈਦ ਆ। ਤੇ ਹੁਣ ਜਦੋਂ ਸਿੰਘੂ ਬਾਰਡਰ ਤੇ ਪਹੁੰਚ ਚੁੱਕੇ ਆ ਕਿਸਾਨ ਯੂਨੀਅਨਾਂ, ਪੰਜਾਬ ਦੇ ਲੋਕ, ਤਾਂ ਹੁਣ ਇਸ ਸੰਘਰਸ਼ ਨੂੰ ਕਿਤੇ ਪਾਕਿਸਤਾਨ ਦੇ ਨਾਲ, ਕਿਤੇ ਚੀਨ ਦੇ ਨਾਲ, ਕਿਤੇ ਕੈਨੇਡਾ ਦੇ ਨਾਲ, ਕਿਤੇ ਖਾਲਿਸਤਾਨੀਆਂ ਦੇ ਨਾਲ, ਕਿਤੇ ਨਕਸਲਵਾਈਟਾਂ ਦੇ ਨਾਲ ਜਿਹੜਾ ਜੋੜਨ ਦਾ ਸਰਕਾਰ ਆ ਉਹ ਯਤਨ ਕਰਦੀ ਪਈ ਏ। ਪਰ ਸਰਕਾਰ ਦੇ ਜਿਹੜੇ ਸਾਰੇ ਮਨਸੂਬੇ ਆ, ਸਰਕਾਰ ਦੀਆਂ ਜਿਹੜੀਆਂ ਸਾਰੀਆਂ ਚਾਲਾਂ ਆ ਉਹ ਖਤਮ ਹੋ ਚੁੱਕੀਆਂ ਹੋਈਆਂ ਆ। ਪੰਜਾਬ ਦੇ ਲੋਕਾਂ ਨੇ, ਕਿਸਾਨਾਂ ਨੇ ਮੋਦੀ ਸਰਕਾਰ ਦੀ ਜਿਹੜੀ ਹੈਂਕੜ ਆ ਉਹ ਭੰਨ ਕੇ ਰੱਖ ਦਿੱਤੀ ਹੋਈ ਆ। ਕਿਉਂਕਿ ਜਿਹੜਾ ਮੋਦੀ ਬਹੁਤ ਵੱਡਾ ਆਪਣੇ ਆਪ 'ਚ ਬਣਿਆ ਫਿਰਦਾ ਸੀ ਕਿ ਕੋਈ ਵੀ ਤਾਨਾਸ਼ਾਹ ਫੈਸਲਾ ਲੈ ਲੈਂਦਾ ਜਾਂ ਤਾਂ ਵਾਪਸ ਨਹੀਂ ਲੈਂਦਾ। ਜਿਵੇਂ ਕਸ਼ਮੀਰ ਦੀ ਧਾਰਾ 370 ਤੋੜਤੀ, ਭਾਰਤੀ ਮੁਸਲਮਾਨਾਂ ਤੇ ਹਮਲਾ ਕੀਤਾ, ਨਾਗਰਿਕਤਾ ਸੋਧ ਕਾਨੂੰਨ ਲਿਆ ਕੇ, ਇੱਥੋਂ ਤੱਕ ਕਿ ਫਰਵਰੀ 2000 ਵਿੱਚ ਉਹਨਾਂ ਦੇ ਨਸਲਕੁਸ਼ੀ ਵੀ ਕੀਤੀ ਗਈ, ਹਜ਼ਾਰਾਂ ਮੁਸਲਮਾਨਾਂ ਨੂੰ ਵੀ ਮਾਰਿਆ ਗਿਆ, ਜਦੋਂ ਕਿ ਅਮਰੀਕਾ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਟਰੰਪ ਵੀ ਇੱਥੇ ਆਇਆ ਹੋਇਆ ਸੀ। ਤੇ ਹੁਣ ਸਰਕਾਰ ਚਾਹੁੰਦੀ ਸੀ ਕਿ ਕਿਸੇ ਤਰੀਕੇ ਨਾਲ ਪੰਜਾਬ ਦੇ ਜਿਹੜੇ
ਖੁਸ਼ਹਾਲ ਕਿਸਾਨ ਆ ਉਹਨਾਂ ਨੂੰ ਵੀ ਦਬਾ ਲਿਆ ਜਾਵੇ। ਪਰ ਸਰਕਾਰ ਦੀ ਜਿਹੜੀ ਹੈਂਕੜ ਆ ਉਹ ਕਿਸਾਨਾਂ ਨੇ ਭੰਨ ਕੇ ਰੱਖ ਦਿੱਤੀ ਹੋਈ ਹੈ। ਸਰਕਾਰ ਦੀ ਹਾਰ ਹੋ ਚੁੱਕੀ ਹੋਈ ਹੈ। ਇਹ ਗੱਲ ਵੱਖਰੀ ਆ ਕਿ ਉਹ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਆ। ਲਾਸਟ ਵਾਲਾ ਜੀ, ਦੇਸ਼ ਦੀ ਸਭ ਤੋਂ ਵੱਡੀ ਏਜੰਸੀ NIA ਜਿਹੜੀ ਹੈ ਉਹਨੇ ਤੁਹਾਨੂੰ ਬੁਲਾਇਆ ਹੈ। ਤਿਆਰ ਹੋ, ਉੱਥੇ ਇਨਵੈਸਟੀਗੇਸ਼ਨ ਹੋਏਗੀ, ਫੰਡਿੰਗ ਬਾਰੇ ਵੀ ਪੁੱਛਿਆ ਜਾ ਸਕਦਾ, ਕਿਉਂਕਿ ਹੋ ਸਕਦਾ ਫੰਡ ਬਾਰੇ ਪੁੱਛਿਆ ਹੈ ਕਿ ਬਾਹਰੋਂ ਫੰਡ ਆ ਰਿਹਾ ਕੋਈ ਇਸ ਤਰ੍ਹਾਂ ਦੀ। ਤਿਆਰੀ ਹੈ ਪੂਰੀ ਉੱਥੇ ਜਾਣ ਦੀ? ਬਿਲਕੁਲ ਤਿਆਰੀ ਹੈ ਜੀ। ਦਸਵੰਧ ਦੀ ਪ੍ਰਥਾ ਸਾਡੇ ਗੁਰੂ ਸਾਹਿਬਾਨਾਂ ਨੇ ਸ਼ੁਰੂ ਕੀਤੀ ਹੈ। ਜੇ ਅਸੀਂ ਕੋਈ ਲੰਗਰਾਂ ਦੀ ਸੇਵਾ ਨਿਭਾਉਣੀ ਹੈ ਜਾਂ ਕੋਈ ਸਮਾਗਮ ਕਰਨਾ ਆ ਤੇ ਅਕਸਰ ਹੀ ਅਸੀਂ ਸੰਗਤਾਂ ਦੇ ਕੋਲੋਂ ਜਿਹੜਾ ਦਸਵੰਧ ਆ ਜਾਂ ਜਿਹੜਾ ਉਹ ਇਕੱਠਾ ਕਰਦੇ ਆ। ਕੋਈ ਸਮਾਗਮ ਕਰਨਾ ਹੋਵੇ ਤਾਂ ਗਲੀ ਦੇ ਵਿੱਚੋਂ ਹੀ, ਆਂਢ ਗੁਆਂਢ ਤੋਂ ਹੀ ਜਿਹੜਾ ਮਾਇਆ ਇਕੱਠੀ ਕਰਕੇ ਤੇ ਉਹ ਜਿਹੜਾ ਸਮਾਗਮ ਆ ਉਹ ਭੁਗਤਾਈਦਾ ਆ। ਤੇ ਅੱਜ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਬੜਾ ਵੱਡਾ ਸੰਘਰਸ਼ ਲੜਿਆ ਜਾ ਰਿਹਾ ਆ ਤੇ ਦੇਸ਼ ਵਿਦੇਸ਼ ਦੇ ਜਿਹੜੇ ਗੁਰਸਿੱਖ ਆ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਆ ਉਹ ਜ਼ਰੂਰ ਉੱਥੇ ਸੇਵਾ ਭੇਜਦੀਆਂ ਹੋਣਗੀਆਂ, ਪਰ ਇਸ ਫੰਡ ਦੇ ਨਾਲ ਕੋਈ ਗੈਰ ਕਾਨੂੰਨੀ, ਗੈਰ ਸੰਵਿਧਾਨਕ ਜਾਂ ਹਿੰਸਕ ਸਰਗਰਮੀ ਨਹੀਂ ਕੀਤੀ ਜਾ ਰਹੀ। ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਅੰਦੋਲਨ ਆ ਉਹ ਜਾਰੀ ਆ ਤੇ ਸਿੱਖ ਫੋਰ ਜਸਟਿਸ ਦੇ ਨਾਲ ਸਾਡਾ ਨੌਜਵਾਨਾਂ ਦੇ ਵਿੱਚੋਂ ਕਿਸੇ ਦਾ ਵੀ ਕੋਈ ਸਬੰਧ ਨਹੀਂ ਆ। ਹਰ ਨੌਜਵਾਨ ਆਪਣੀ ਗੱਲ ਆਪਣੇ ਤਰੀਕੇ ਨਾਲ ਰੱਖ ਰਿਹਾ ਆ। ਸਾਡਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਿੱਖ ਫੋਰ ਜਸਟਿਸ ਜਥੇਬੰਦੀ ਦੇ ਨਾਲ ਕੋਈ ਵੀ ਸਬੰਧ ਨਹੀਂ ਆ। ਅਸੀਂ ਜਿਹੜੀਆਂ ਉਹ ਕਾਰਵਾਈਆਂ ਵੀ ਕਰਦੇ, ਅਸੀਂ ਤਾਂ ਉਹਨਾਂ ਦੀਆਂ ਕਾਰਵਾਈਆਂ ਦਾ ਵਿਰੋਧ ਵੀ ਕੀਤਾ ਕਿਉਂਕਿ ਅਸੀਂ ਉਹਨਾਂ ਦੀਆਂ ਕਾਰਵਾਈਆਂ ਦੇ ਨਾਲ ਨਹੀਂ ਸਹਿਮਤ। ਉਹਨਾਂ ਦਾ ਤਰੀਕਾ ਸਾਨੂੰ ਗਲਤ ਜਾਪਦਾ ਆ। ਸੋ ਇਹ ਸੀ ਬਲਦੇਵ ਸਿੰਘ ਸਿਰਸਾ ਜੀ ਅਤੇ ਉਹ ਨੌਜਵਾਨ ਜਿਨ੍ਹਾਂ ਨੂੰ NIA ਵੱਲੋਂ ਜਿਹੜੇ ਨੇ ਨੋਟਿਸ ਜਾਰੀ ਹੋਏ ਨੇ, ਉੱਥੇ ਉਹਨਾਂ ਨੇ ਉਹ ਨੋਟਿਸ ਦਾ ਜਵਾਬ ਦੇਣ ਲਈ ਤਿਆਰ ਨੇ ਅਤੇ ਉੱਥੇ ਸੰਬੰਧ ਜਿਹੜੇ ਮਿਲੇ ਨੇ ਉੱਥੇ ਪੇਸ਼ ਹੋਣਗੇ ਅਤੇ ਆਪਣੀ ਸਫਾਈ ਜਿਹੜੀ ਹੈ ਦੱਸਣਗੇ। ਅੰਮ੍ਰਿਤਸਰ ਤੋਂ ਚੈਨਲ ਪੰਜਾਬ ਦੇ ਲਈ ਧਰਮਵੀਰ ਜਲਾਲੀ ਦੀ ਖਾਸ ਰਿਪੋਰਟ।